ਵੈਲਕਮ ਦੋਸਤੋ, ਲਰਨ ਬੈਟਰ ਚੈਨਲ 'ਚ ਤੁਹਾਡਾ ਸਵਾਗਤ ਹੈ। ਜੇ ਤੁਸੀਂ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਮੈਂ ਤੁਹਾਨੂੰ ਦੱਸਦਾ ਕਿ ਮੈਂ ਐਜੂਕੇਸ਼ਨਲ ਟੌਪਿਕਸ ਤੇ ਵੀਡੀਓ ਬਣਾਉਣਾ ਹੈ ਤੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਸਕਦੇ ਹੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਅੱਜ ਅਸੀਂ ਗੱਲ ਕਰਾਂਗੇ ਫਾਰਮਰ ਦੇ ਪ੍ਰੋਟੈਸਟ ਦੇ ਬਾਰੇ 'ਚ, ਹੁਣ ਤੱਕ ਕਿੱਥੋਂ ਤੱਕ ਇਹ ਪਹੁੰਚ ਚੁੱਕਾ ਹੈ ਤੇ ਗਵਰਨਮੈਂਟ ਇਸ ਨੂੰ ਕਿਵੇਂ ਟੈਕਲ ਕਰ ਰਹੀ ਹੈ ਤੇ ਮੀਡੀਆ ਇਸ ਬਾਰੇ ਕੀ ਦਿਖਾ ਰਿਹਾ ਹੈ, ਕਿਹੜੀ ਚੀਜ਼ ਗਲਤ ਹੈ ਕਿਹੜੀ ਸਹੀ ਹੈ, ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਅੱਜ ਦਾ ਸਾਡਾ ਏਜੰਡਾ ਰਹੇਗਾ, ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਹੁਣ ਤੱਕ ਕੀ ਡਿਵੈਲਪਮੈਂਟਸ ਹੋ ਚੁੱਕੀਆਂ ਨੇ, ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਕੀ ਡਾਇਰੈਕਸ਼ਨ ਦਿੱਤੀਆਂ ਨੇ, ਦੈਨ ਉਸ ਤੋਂ ਬਾਅਦ ਮੀਡੀਆ ਕੀ ਦਿਖਾ ਰਿਹਾ ਹੈ ਤੇ ਕਿਹੜੀ ਚੀਜ਼ ਗਲਤ ਦਿਖਾਈ ਜਾ ਰਹੀ ਹੈ, ਕਿਹੜੀਆਂ ਗਲਤ ਖਬਰਾਂ ਦਿਖਾਈਆਂ ਜਾ ਰਹੀਆਂ ਨੇ, ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਹੁਣ ਤੱਕ ਦੀ ਜਿਹੜੀ ਡਿਵੈਲਪਮੈਂਟ ਹੋਈ ਆ ਉਹਦੇ ਵਿੱਚ ਗਵਰਨਮੈਂਟ ਦੇ ਨਾਲ ਬਹੁਤ ਸਾਰੀਆਂ ਮੀਟਿੰਗਸ ਹੋਈਆਂ ਫਾਰਮਰ ਯੂਨੀਅਨਸ ਦੀਆਂ ਤੇ ਉਹਦੇ ਬਾਅਦ ਜਿਹੜੀ ਗਵਰਨਮੈਂਟ ਆ ਉਹ ਰੈਡੀ ਸੀ ਕਿ ਅਸੀਂ ਅਮੈਂਡਮੈਂਟ ਕਰਨ ਲਈ ਤਿਆਰ ਹੈ, ਫਾਰਮ ਬਿੱਲ ਦੇ ਵਿੱਚ ਅਮੈਂਡਮੈਂਟ ਕਰਨ ਲਈ ਤਿਆਰ ਹੈ ਤੇ ਨਾਲ ਹੀ ਜਿਹੜੀ ਐਮਐਸਪੀ ਆ ਉਹ ਵੀ ਇਸੇ ਤਰ੍ਹਾਂ ਹੀ ਰਹੇਗੀ ਤੇ ਗਵਰਨਮੈਂਟ ਵੱਲੋਂ ਇੱਕ ਡਰਾਫਟ ਦਿੱਤਾ ਗਿਆ ਫਾਰਮ ਯੂਨੀਅਨਸ ਨੂੰ ਕਿ ਕਿਹੜੀਆਂ ਅਮੈਂਡਮੈਂਟਸ ਕਰਨ ਲਈ ਗਵਰਨਮੈਂਟ ਰੈਡੀ ਹੈ। ਉਹਦੇ ਵਿੱਚ ਸਭ ਤੋਂ ਪਹਿਲਾ ਕੰਸਰਨ ਸੀ ਕਿ ਜਿਹੜੀਆਂ ਨਵੀਆਂ ਮੰਡੀਆਂ ਬਣਨਗੀਆਂ ਉਹਦੇ ਵਿੱਚ ਕੋਈ ਟੈਕਸ ਨਹੀਂ ਹੈ, ਕੋਈ ਸੈਸ ਨਹੀਂ ਲੱਗੇਗਾ। ਸੋ ਇਹਦੇ ਵਿੱਚ ਸੈਂਟਰ ਗਵਰਨਮੈਂਟ ਦੀ ਪ੍ਰਪੋਜ਼ਲ ਇਹ ਸੀ ਕਿ ਅਸੀਂ ਸਟੇਟ ਗਵਰਨਮੈਂਟ ਨੂੰ ਆਥੋਰਾਈਜ਼ ਕਰਾਂਗੇ ਕਿ ਉਹ ਜੋ ਵੀ ਟੈਕਸ ਜਾਂ ਸੈਸ ਲਾਉਣਾ ਚਾਹਣ ਮੰਡੀਆਂ ਦੇ ਉੱਪਰ ਉਹ ਲਗਾ ਸਕਦੇ ਨੇ, ਬਟ ਇਹਦੇ ਤੇ ਕੋਈ ਯੂਨੀਫਾਈਡ ਟੈਕਸ ਲਗਾਉਣ ਦੀ ਪ੍ਰਪੋਜ਼ਲ ਨਹੀਂ ਸੀ। ਸੋ ਇਹਦੇ ਨਾਲ ਕੀ ਹੋਏਗਾ, ਕੁਝ ਸਟੇਟਾਂ ਟੈਕਸ ਲਗਾ ਸਕਦੀਆਂ ਨੇ, ਕੁਝ ਨਹੀਂ ਲਗਾਉਣਗੀਆਂ। ਸੋ ਜਿਹੜੀ ਡਿਸਪੈਰਿਟੀ ਆ ਉਹ ਉਸੇ ਤਰ੍ਹਾਂ ਹੀ ਰਹੇਗੀ ਕਿ ਕੁਝ ਸਟੇਟਾਂ ਦੇ ਵਿੱਚ ਜਿਹੜੀ ਆ ਉਹ ਫਸਲ ਸਸਤੀ ਮਿਲੇਗੀ, ਕੁਝ ਸਟੇਟਾਂ ਦੇ ਵਿੱਚ ਮਹਿੰਗੀ ਮਿਲੇਗੀ। ਸੋ ਇਹ ਪ੍ਰਪੋਜ਼ਲ ਕਿਸਾਨਾਂ ਨੇ ਜਿਹੜੀ ਆ ਉਹ ਰਿਜੈਕਟ ਕਰ ਦਿੱਤੀ। ਸੋ ਸੈਕੰਡ ਜਿਹੜਾ ਕੰਸਰਨ ਸੀ ਮੇਜਰ ਉਹ ਸੀ ਐਮਐਸਪੀ ਸਿਸਟਮ ਦਾ। ਕਿਸਾਨ ਕਹਿ ਰਹੇ ਸੀ ਕਿ ਐਮਐਸਪੀ ਨੂੰ ਲਾਅ ਬਣਾਇਆ ਜਾਵੇ, ਇਹਨੂੰ ਕਾਨੂੰਨ ਦੇ ਵਿੱਚ ਰੱਖਿਆ ਜਾਵੇ ਕਿ ਐਮਐਸਪੀ ਜਿਹੜੀ ਆ ਉਸ ਤੋਂ ਘੱਟ ਤੇ ਖਰੀਦ ਨਹੀਂ ਕੀਤੀ ਜਾਏਗੀ। ਬਟ ਗਵਰਨਮੈਂਟ ਨੇ ਪ੍ਰਪੋਜ਼ ਕੀਤਾ ਇੱਥੇ ਕਿ ਅਸੀਂ ਰਿਟਨ ਅਸ਼ੋਰੈਂਸ ਦਵਾਂਗੇ ਤੁਹਾਨੂੰ ਕਿ ਐਮਐਸਪੀ ਦਾ ਸਿਸਟਮ ਖਤਮ ਨਹੀਂ ਹੋਏਗਾ। ਬਟ ਇੱਥੇ ਸੈਂਟਰ ਗਵਰਨਮੈਂਟ ਨੇ ਕੁਝ ਇਹ ਨਹੀਂ ਕਿਹਾ ਕਿ ਅਸੀਂ ਐਮਐਸਪੀ ਨੂੰ ਲਾਅ ਦੇ ਵਿੱਚ ਇਨਕੋਰਪੋਰੇਟ ਕਰਾਂਗੇ, ਫਾਰਮ ਲਾਅ ਦੇ ਵਿੱਚ ਇਨਕੋਰਪੋਰੇਟ ਕਰਾਂਗੇ। ਉਹਨਾਂ ਨੇ ਸਿਰਫ ਇਹੀ ਕਿਹਾ ਕਿ ਅਸੀਂ ਰਿਟਨ ਅਸ਼ੋਰੈਂਸ ਦਵਾਂਗੇ। ਸੋ ਇਹੋ ਜਿਹੇ ਰਿਟਨ ਅਸ਼ੋਰੈਂਸ ਪਹਿਲਾਂ ਵੀ ਬਹੁਤ ਵਾਰ ਦਿੱਤੀਆਂ ਜਾ ਚੁੱਕੀਆਂ ਸੈਂਟਰ ਗਵਰਨਮੈਂਟ ਵੱਲੋਂ। ਇੱਕ ਵਾਰ ਪ੍ਰਕਾਸ਼ ਸਿੰਘ ਬਾਦਲ ਹੁਣੀ ਰਹਿ ਕੇ ਆਏ ਸੀ ਰਿਟਨ ਅਸ਼ੋਰੈਂਸ। ਸੋ ਇਹੋ ਜਿਹੀਆਂ ਜਿਹੜੀਆਂ ਰਿਟਨ ਅਸ਼ੋਰੈਂਸਸ ਨੇ ਉਹਨਾਂ ਨੂੰ ਮੰਨਣ ਲਈ ਕਿਸਾਨ ਜਿਹੜੇ ਆ ਉਹ ਬਿਲਕੁਲ ਇਨਕਾਰੀ ਨੇ, ਕਿਉਂਕਿ ਗਵਰਨਮੈਂਟ ਵੱਲੋਂ ਇਹੋ ਜਿਹੀਆਂ ਬਹੁਤ ਸਾਰੀਆਂ ਅਸ਼ੋਰੈਂਸ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਬਾਅਦ ਚ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਜਿਵੇਂ ਇਲੈਕਸ਼ਨ ਮੈਨੀਫੈਸਟੋ ਹੁੰਦਾ ਹੈ ਉਹਦੇ ਚ ਬਹੁਤ ਸਾਰੀਆਂ ਅਸ਼ੋਰੈਂਸ ਦਿੱਤੀਆਂ ਜਾਂਦੀਆਂ, ਬਹੁਤ ਸਾਰੇ ਵਾਅਦੇ ਕੀਤੇ ਜਾਂਦੇ ਨੇ। ਸੋ ਇਹ ਜਿਹੜੀ ਐਮਐਸਪੀ ਦੀ ਅਸ਼ੋਰੈਂਸ ਹੈ ਉਹ ਵੀ ਇੱਕ ਇਸੇ ਤਰ੍ਹਾਂ ਅਸ਼ੋਰੈਂਸ ਸੀ। ਸੋ ਇਹਨੂੰ ਜਦੋਂ ਤੱਕ ਕਾਨੂੰਨ ਦੇ ਦਾਇਰੇ 'ਚ ਨਹੀਂ ਲਿਆਂਦਾ ਜਾਏਗਾ ਕਿਸਾਨ ਇਹਨੂੰ ਮੰਨਣ ਲਈ ਬਿਲਕੁਲ ਤਿਆਰ ਨਹੀਂ ਨੇ। ਸੋ ਇਹਨੂੰ ਵੀ ਰਿਜੈਕਟ ਕਰ ਦਿੱਤਾ ਗਿਆ। ਥਰਡ ਕੰਸਰਨ ਇਹ ਸੀ ਕਿ ਕੋਈ ਵੀ ਜਿਹੜਾ ਪਰਚੇਜ਼ ਕਰਨ ਵਾਲਾ ਆ ਉਹ ਸਿਰਫ ਪੈਨ ਕਾਰਡ ਦੇ ਨਾਲ ਹੀ ਪਰਚੇਜ਼ ਕਰ ਸਕਦਾ ਆ। ਸੋ ਇੱਥੇ ਵੀ ਸੈਂਟਰ ਗਵਰਨਮੈਂਟ ਨੇ ਪ੍ਰਪੋਜ਼ ਕੀਤਾ ਹੈ ਕਿ ਸਟੇਟ ਗਵਰਨਮੈਂਟ ਜਿਹੜੀ ਆ ਉਹ ਰਜਿਸਟ੍ਰੇਸ਼ਨ ਕਰ ਸਕਦੀ ਹੈ ਜਿਹੜਾ ਵੀ ਪਰਚੇਜ਼ ਕਰੇਗਾ। ਸੋ ਇਹ ਸਟੇਟ ਗਵਰਨਮੈਂਟ ਦੇ ਉੱਪਰ ਡਿਪੈਂਡ ਕਰੇਗਾ ਕਿ ਕਿਹੜੇ ਡਾਕੂਮੈਂਟਸ ਰਿਕੁਆਇਰਡ ਹੋਣਗੇ ਉਹਨੂੰ ਪਰਚੇਜ਼ ਕਰਨ ਵਾਸਤੇ। ਸੋ ਫੋਰਥ ਜਿਹੜਾ ਕੰਸਰਨ ਹੈ ਉਹ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਦੇ ਰਿਗਾਰਡਿੰਗ ਹੈ ਜਿਹੜਾ ਪ੍ਰਪੋਜ਼ ਕੀਤਾ ਗਿਆ ਹੈ ਸੈਂਟਰ ਗਵਰਨਮੈਂਟ ਵੱਲੋਂ। ਸੋ ਇਹਦੇ 'ਚ ਇਹ ਪ੍ਰਪੋਜ਼ ਕੀਤਾ ਜਾ ਰਿਹਾ ਸੀ ਕਿ ਜਿਵੇਂ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲਦੀ ਹੈ, ਸੋ ਪ੍ਰਪੋਜ਼ ਗਵਰਨਮੈਂਟ ਇਹ ਕਰ ਰਹੀ ਹੈ ਕਿ ਕਿਸਾਨ ਪਹਿਲਾਂ ਜਿਹੜਾ ਬਿੱਲ ਹੈ ਉਹ ਪੇ ਕਰਨਗੇ, ਉਸ ਤੋਂ ਬਾਅਦ ਗਵਰਨਮੈਂਟ ਜਿਹੜੀ ਆ ਉਹ ਡੀਬੀਟੀ ਦੇ ਰਾਹੀਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਊਗੀ। ਸੋ ਇਹਦਾ ਕੋਈ ਫਾਇਦਾ ਨਹੀਂ ਹੈ ਕਿ ਕਿਸਾਨ ਪਹਿਲਾਂ ਪੇ ਕਰਨਗੇ ਬਾਅਦ 'ਚ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣਗੇ। ਸੋ ਇਹ ਵੀ ਕਿਸਾਨਾਂ ਦਾ ਇੱਕ ਕੰਸਰਨ ਸੀ ਕਿ ਇਹ ਬਿੱਲ ਨਾ ਲੈ ਕੇ ਆਇਆ ਜਾਵੇ। ਸੋ ਗਵਰਨਮੈਂਟ ਦੀ ਪ੍ਰਪੋਜ਼ਲ ਇਹ ਹੈ ਕਿ ਇਹ ਬਿੱਲ ਲਿਆਂਦੇ ਤਾਂ ਜਾਣਗੇ, ਜਿਹੜੀ ਕੈਸ਼ ਟ੍ਰਾਂਸਫਰ ਵਾਲੀ ਜਿਹੜੀ ਸਕੀਮ ਹੈ ਉਹਨੂੰ ਇੰਪਲੀਮੈਂਟ ਕੀਤਾ ਜਾਏਗਾ, ਬਟ ਫਾਰਮਰਸ ਨੂੰ ਇਹਦੇ ਪ੍ਰੋਵੀਜ਼ਨ ਦੇ ਵਿੱਚੋਂ ਬਾਹਰ ਰੱਖਿਆ ਜਾਏਗਾ। ਸੋ ਇਹਨੂੰ ਵੀ ਜਿਹੜੇ ਫਾਰਮਰਸ ਨੇ ਉਹਨਾਂ ਨੇ ਰਿਜੈਕਟ ਕੀਤਾ ਆ। ਸੋ ਨੈਕਸਟ ਕੰਸਰਨ ਇਹ ਸੀ ਕਿ ਜਿਹੜਾ ਗਵਰਨਮੈਂਟ ਨੇ ਪ੍ਰਪੋਜ਼ ਕੀਤਾ ਆ ਕਿ ਸਟਬਲ ਬਰਨਿੰਗ ਦੇ ਉੱਪਰ ਕਿਸਾਨਾਂ ਨੂੰ 1 ਕਰੋੜ ਰੁਪਏ ਦਾ ਜੁਰਮਾਨਾ ਹੋਏਗਾ। ਜੇਕਰ ਕੋਈ ਵੀ ਸਟਬਲ ਬਰਨਿੰਗ ਦਾ ਇੰਸਟੈਂਸ ਪਾਇਆ ਜਾਂਦਾ ਹੈ ਤਾਂ 1 ਕਰੋੜ ਰੁਪਏ ਜੁਰਮਾਨਾ ਕੀਤਾ ਜਾਏਗਾ ਫਾਰਮਰਸ ਨੂੰ। ਸੋ ਇਹਦੇ ਉੱਪਰ ਵੀ ਸੈਂਟਰ ਗਵਰਨਮੈਂਟ ਦੀ ਜਿਹੜੀ ਪ੍ਰਪੋਜ਼ਲ ਹੈ ਉਹ ਇਹੀ ਹੈ ਕਿ ਅਸੀਂ ਆਲਟਰਨੇਟਿਵਸ ਦਵਾਂਗੇ ਕਿਸਾਨਾਂ ਨੂੰ ਤਾਂ ਕਿ ਉਹ ਸਟਬਲ ਬਰਨਿੰਗ ਦੇ ਇੰਸਟੈਂਸ ਨਾ ਹੋਣ। ਸੋ ਨੈਕਸਟ ਕੰਸਰਨ ਇਹ ਸੀ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਕਾਰਪੋਰੇਟ ਘਰਾਣੇ ਨੇ, ਉਹ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਪਰ ਕਬਜ਼ਾ ਕਰ ਲੈਣਗੇ। ਉਹਨਾਂ ਨੂੰ ਜੇਕਰ ਕੰਟਰੈਕਟ ਫਾਰਮਿੰਗ ਦੇ ਵਿੱਚੋਂ ਕੋਈ ਕੰਡੀਸ਼ਨ ਨਾ ਸੈਟੀਸਫਾਈ ਹੋਈ ਤਾਂ ਉਹ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਪਰ ਕਬਜ਼ਾ ਕਰ ਲੈਣਗੇ। ਸੋ ਇਹਦੇ ਉੱਪਰ ਵੀ ਸੈਂਟਰ ਗਵਰਨਮੈਂਟ ਦਾ ਪ੍ਰਪੋਜ਼ਲ ਹੈ ਕਿ ਅਸੀਂ ਸੇਲ ਜਾਂ ਟ੍ਰਾਂਸਫਰ ਆਫ ਲੈਂਡ ਆ ਇਹਨੂੰ ਪਰਮਿਟ ਨਹੀਂ ਕਰਾਂਗੇ ਇਹਨਾਂ ਲਾਜ਼ ਦੇ ਵਿੱਚ। ਸੋ ਇਹ ਕੰਸਰਨ ਸੀ ਕਿਸਾਨਾਂ ਦੇ ਜਿਹਦੇ ਉੱਪਰ ਗਵਰਨਮੈਂਟ ਦਾ ਡਰਾਫਟ ਪ੍ਰਪੋਜ਼ਲ ਆਇਆ ਹੈ, ਬਟ ਇਹਦੇ ਵਿੱਚ ਕੋਈ ਵੀ ਗੱਲ ਨਵੀਂ ਨਹੀਂ ਕੀਤੀ ਗਈ। ਸੋ ਐਮਐਸਪੀ ਦੀ ਅਸ਼ੋਰੈਂਸ ਦੇ ਰਹੇ ਆ, ਉਹਨੂੰ ਕਾਨੂੰਨ ਦੇ ਵਿੱਚ ਨਹੀਂ ਲੈ ਕੇ ਆ ਰਹੇ। ਸੋ ਜਿਹੜਾ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਹੈ ਉਹਨੂੰ ਵੀ ਕਹਿ ਰਹੇ ਨੇ ਕਿ ਅਸੀਂ ਲੈ ਕੇ ਆਵਾਂਗੇ, ਕੈਸ਼ ਟ੍ਰਾਂਸਫਰ ਦੀ ਸਕੀਮ ਲੈ ਕੇ ਆਵਾਂਗੇ। ਸੋ ਜਿਹੜੇ ਕੰਸਰਨ ਮਾਰਕੀਟ ਫੀਸ ਦੇ ਨੇ ਜਾਂ ਰਜਿਸਟ੍ਰੇਸ਼ਨ ਦੇ ਨੇ ਉਹਨਾਂ ਨੂੰ ਵੀ ਸਟੇਟ ਗਵਰਨਮੈਂਟ ਦੇ ਉੱਪਰ ਸੁੱਟਿਆ ਜਾ ਰਿਹਾ ਹੈ। ਸੋ ਕੋਈ ਵੀ ਇਹਦੇ ਵਿੱਚ ਨਵੀਂ ਗੱਲ ਨਹੀਂ ਕੀਤੀ ਗਈ ਸੈਂਟਰ ਗਵਰਨਮੈਂਟ ਵੱਲੋਂ, ਸਾਰੀਆਂ ਪੁਰਾਣੀਆਂ ਗੱਲਾਂ ਨੇ ਜਿਨ੍ਹਾਂ ਨੂੰ 6 ਮੀਟਿੰਗਸ ਕਰਕੇ ਕਿਸਾਨਾਂ ਨੇ ਪਹਿਲਾਂ ਰਿਜੈਕਟ ਕਰ ਦਿੱਤਾ ਆ। ਸੋ ਉਹੀ ਪ੍ਰਪੋਜ਼ਲ ਜਿਹੜੀ ਹੈ ਸੈਂਟਰ ਗਵਰਨਮੈਂਟ ਫਿਰ ਲੈ ਕੇ ਆਈ ਹੈ ਕਿਸਾਨਾਂ ਵਾਸਤੇ। ਸੋ ਕਿਸਾਨਾਂ ਨੇ ਇਹ ਪ੍ਰਪੋਜ਼ਲ ਬਿਲਕੁਲ ਰਿਜੈਕਟ ਕਰ ਦਿੱਤੀ ਤੇ ਨਾਲ ਹੀ ਇਹ ਵੀ ਕਿਹਾ ਕਿ ਅਸੀਂ ਜਿਹੜਾ ਪ੍ਰੋਟੈਸਟ ਸਾਡਾ ਚੱਲ ਰਿਹਾ ਇਹਨੂੰ ਹੋਰ ਇੰਟੈਂਸੀਫਾਈ ਕਰਾਂਗੇ।
ਸੋ ਕਿਸਾਨਾਂ ਵੱਲੋਂ ਦਸੰਬਰ 12 ਨੂੰ ਦਿੱਲੀ ਜੈਪੁਰ ਤੇ ਦਿੱਲੀ ਆਗਰਾ ਹਾਈਵੇਜ਼ ਬਲੌਕ ਕੀਤੇ ਗਏ, ਨਾਲ ਹੀ ਸਾਰੇ ਦੇਸ਼ ਦੇ ਵਿੱਚ ਟੋਲ ਵੀ ਫ੍ਰੀ ਕੀਤੇ ਗਏ ਤੇ ਦਸੰਬਰ 14 ਨੂੰ ਇੱਕ ਦਿਨ ਦੀ ਭੁੱਖ ਹੜਤਾਲ ਵੀ ਕੀਤੀ ਗਈ। ਸੋ ਇਹਦੇ ਨਾਲ ਹੀ ਇੱਕ ਡੈਡਲੌਕ ਕ੍ਰੀਏਟ ਹੋ ਚੁੱਕਾ ਆ। ਫਾਰਮਰਸ ਜਿਹੜੇ ਨੇ ਉਹ ਆਪਣੀ ਗੱਲ ਤੇ ਫਾਰਮ ਨੇ ਕਿ ਅਸੀਂ ਇਹ ਕਾਨੂੰਨ ਰੱਦ ਕਰਵਾ ਕੇ ਜਾਣੇ ਨੇ। ਗਵਰਨਮੈਂਟ ਜਿਹੜੀ ਆ ਵਿਲਿੰਗ ਨਹੀਂ ਹੈ ਕਾਨੂੰਨਾਂ ਨੂੰ ਰੱਦ ਕਰਨ ਦੇ ਵਿੱਚ। ਕੋਈ ਵੀ ਮੀਟਿੰਗ ਨਹੀਂ ਹੋਈ ਉਸ ਤੋਂ ਬਾਅਦ ਕਿਸਾਨਾਂ ਦੀ ਤੇ ਗਵਰਨਮੈਂਟ ਦੀ। ਕਿਸਾਨ ਜਿਹੜੇ ਆ ਉੱਥੇ ਠੰਡ ਦੇ ਵਿੱਚ ਬੈਠੇ ਨੇ ਤੇ ਇੱਕ ਡੈਡਲੌਕ ਜਿਹੜਾ ਹੈ ਉਹ ਕ੍ਰੀਏਟ ਹੋ ਚੁੱਕਾ ਆ। ਸੋ ਇਹਦੇ ਰਿਗਾਰਡਿੰਗ ਇੱਕ ਸਿਵਲ ਰਿਟ ਪਟੀਸ਼ਨ ਜਿਹੜੀ ਆ ਉਹ ਸੁਪਰੀਮ ਕੋਰਟ ਦੇ ਵਿੱਚ ਪਾਈ ਗਈ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਕਿਸਾਨ ਜਿਹੜੇ ਆ ਉਹ ਰਸਤਾ ਬਲੌਕ ਕਰਕੇ ਬੈਠੇ ਨੇ। ਸੋ ਦਿੱਲੀ ਦੀ ਜਿਹੜੀ ਸਪਲਾਈ ਚੇਨ ਹੈ ਉਹਨੂੰ ਖਤਰਾ ਆ। ਸੋ ਜਿਵੇਂ ਸ਼ਹੀਨ ਬਾਗ ਦਾ ਪ੍ਰੋਟੈਸਟ ਗਵਰਨਮੈਂਟ ਨੇ ਖਤਮ ਕਰਾਇਆ ਸੀ, ਉਸੇ ਤਰ੍ਹਾਂ ਹੀ ਇਹ ਪ੍ਰੋਟੈਸਟ ਖਤਮ ਕਰਾਉਣ ਦੀ ਡਾਇਰੈਕਸ਼ਨ ਦਿੱਤੀ ਜਾਵੇ ਸਰਕਾਰ ਨੂੰ। 17 ਦਸੰਬਰ ਨੂੰ ਸੁਪਰੀਮ ਕੋਰਟ ਨੇ ਆਪਣੀ ਇੰਟਰਮ ਜਜਮੈਂਟ ਦੇ ਵਿੱਚ ਕਿਹਾ ਹੈ ਕਿ ਕਿਸਾਨਾਂ ਦਾ ਰਾਈਟ ਬਣਦਾ ਹੈ ਪ੍ਰੋਟੈਸਟ ਕਰਨਾ। ਸੋ ਜਿਹੜੇ ਰਿਸਪੋਂਡੈਂਟ ਸੀ ਸੁਪਰੀਮ ਕੋਰਟ ਦੇ ਵਿੱਚ, ਉਹਨਾਂ ਨੇ ਇਹ ਵੀ ਦੱਸਿਆ ਹੈ ਪੁੱਛਣ ਤੇ ਕਿ ਜਿਹੜਾ ਰਸਤਾ ਬਲੌਕ ਕੀਤਾ ਗਿਆ ਇਹ ਫਾਰਮਰਸ ਵੱਲੋਂ ਨਹੀਂ ਕੀਤਾ ਗਿਆ, ਪੁਲਿਸ ਵੱਲੋਂ ਬਲੌਕ ਕੀਤਾ ਗਿਆ ਤਾਂ ਕਿ ਫਾਰਮਰਸ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਐਂਟਰ ਨਾ ਹੋ ਸਕਣ। ਸੋ ਫਾਰਮਰਸ ਦਾ ਜਿਹੜਾ ਪ੍ਰੋਟੈਸਟ ਹੈ ਪੀਸਫੁਲੀ ਚੱਲ ਰਿਹਾ ਹੈ ਤੇ ਸੁਪਰੀਮ ਕੋਰਟ ਨੇ ਵੀ ਇਹੀ ਕਿਹਾ ਹੈ ਕਿ ਉਸਨੇ ਇੰਟਰਫੇਅਰ ਨਹੀਂ ਕਰਨਾ ਕਿਸਾਨਾਂ ਦੇ ਪੀਸਫੁਲ ਪ੍ਰੋਟੈਸਟ ਦੇ ਵਿੱਚ ਜਦੋਂ ਤੱਕ ਇਹ ਪੀਸਫੁਲੀ ਚੱਲ ਰਿਹਾ ਹੈ। ਸੋ ਇੰਨੇ ਕੁਝ ਦੇ ਬਾਵਜੂਦ ਜਿਹੜਾ ਸਾਡਾ ਨੈਸ਼ਨਲ ਮੀਡੀਆ ਹੈ ਉਹ ਇਹੀ ਦਿਖਾ ਰਿਹਾ ਹੈ ਕਿ ਕਿਸਾਨ ਜਿਹੜੇ ਆ ਉਹਨਾਂ ਨੂੰ ਮਿਸਲੀਡ ਕੀਤਾ ਗਿਆ ਹੈ, ਉਹਨਾਂ ਨੂੰ ਮਿਸਗਾਈਡ ਕੀਤਾ ਗਿਆ ਆਪੋਜੀਸ਼ਨ ਵੱਲੋਂ। ਸੋ ਸਲੋਗਨ ਹੀ ਇਹੋ ਜਿਹੇ ਚੱਲ ਰਹੇ ਨੇ ਨੈਸ਼ਨਲ ਟੀਵੀ ਦੇ ਉੱਪਰ ਕਿ ਕਿਸਾਨ ਬਹਾਨਾ ਸਿਆਸਤ ਨਿਸ਼ਾਨਾ। ਸੋ ਇਹਨੂੰ ਸਾਰੇ ਪ੍ਰੋਟੈਸਟ ਨੂੰ ਪੋਲਿਟਿਸਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਹੀ ਖਾਲਿਸਤਾਨ ਦੇ ਨਾਮ ਤੇ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਕਿਹੜੀਆਂ ਗੱਲਾਂ ਨੈਸ਼ਨਲ मीडिया ਵੱਲੋਂ ਕੀਤੀਆਂ ਜਾ ਰਹੀਆਂ ਅਸੀਂ ਇੱਕ ਵਾਰੀ देख लेने हैं। कुछ ऐसे भी लोग हैं दोस्तों इस देश में जो किसानों से छल कर रहे हैं, उनके गुस्से का फायदा उठाने की कोशिश कर रहे हैं। मुझे नहीं लगता कि सरकार किसानों का नुकसान करना चाहती है और नहीं मुझे लगता है कि नरेंद्र मोदी कोई कॉर्पोरेट्स का भला करना चाहते हैं, किसानों को नुकसान पहुंचाना चाहते हैं। ये उनकी मंशा नहीं है क्योंकि नरेंद्र मोदी की सरकार ने किसानों के भले के लिए बहुत सारे काम किए हैं। हम आपको ये बताना चाहते हैं कि बहुत सारी राजनीतिक पार्टियां ऐसी हैं, बहुत सारे देश विरोधी ऐसे दल हैं जिनकी नजर आपके ऊपर है और वो आपके इस आंदोलन को हाईजैक करना चाहते हैं और वो इसका पूरा फायदा उठाना चाहते हैं। आप इतने बड़े किसान नेता हैं, आपके कॉल पे हजारों किसान आ जाते हैं, तो आपको शाहीन बाग से या भीम आर्मी के लोगों को बुलाने की आवश्यकता क्यों पड़ी? जहां कांग्रेस की सरकार है उस राज्य में विरोध हुआ और इसके बाद किसान सड़कों पे उतर गए जो कांग्रेस की सरकार है। One thing is perfectly clear. A vested group of politicians and lobbyists have failed. Their attempts to incite the farmers and promote chaos in the national capital have completely flopped. ਸੋ ਇਹਦੇ ਨਾਲ ਹੀ ਫਾਰਮਰ ਪ੍ਰੋਟੈਸਟ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਫਾਰਮਰ ਦਾ ਪ੍ਰੋਟੈਸਟ ਹੈ ਇਹ ਫੋਰਨ ਫੰਡਡ ਹੈ, ਕਿ ਪਾਕਿਸਤਾਨ ਵੱਲੋਂ ਹਵਾਲਾ ਮਨੀ ਆ ਰਹੀ ਹੈ ਕਿ ਇਹਨਾਂ ਫਾਰਮਰਸ ਨੂੰ ਦਿੱਤੀ ਜਾ ਰਹੀ ਹੈ ਕਿ ਉੱਥੇ ਜਾ ਕੇ ਧਰਨੇ ਦੇ ਉੱਪਰ ਬੈਠਣ। बट सच्चाई ये है कि फॉरेन कंट्रीज ਦੇ ਵਿੱਚ ਜਿਹੜੇ ਪੰਜਾਬੀ ਬੈਠੇ ਨੇ ਉਹ ਸਪੋਰਟ ਕਰ ਰਹੇ ਨੇ, ਇੱਥੋਂ ਤੱਕ ਕਿ ਫੋਰਨ ਕੰਟਰੀਜ਼ ਦੇ ਪੀਐਮ ਤੱਕ ਸਪੋਰਟ ਕਰ ਰਹੇ ਨੇ ਫਾਰਮਰਸ ਪ੍ਰੋਟੈਸਟ ਨੂੰ। ਸੋ ਜਿਹੜੇ ਫੋਰਨ ਕੰਟਰੀਜ਼ ਦੇ ਵਿੱਚ ਇੰਡੀਅਨ ਬੈਠੇ ਨੇ, ਪੰਜਾਬੀ ਬੈਠੇ ਨੇ, ਉਹ ਸਪੋਰਟ ਕਰ ਰਹੇ ਨੇ ਫਾਰਮਰ ਪ੍ਰੋਟੈਸਟ ਨੂੰ, ਉਹ ਚਾਹੇ ਪੈਸੇ ਨਾਲ ਹੋਵੇ ਜਾਂ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਪ੍ਰੈਸ਼ਰਾਈਜ਼ ਕਰਕੇ ਉਹ ਸਪੋਰਟ ਕਰ ਰਹੇ ਨੇ। ਸੋ ਇਹਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ। ਹੋ ਸਕਦਾ ਹੈ ਕਿ ਕੁਝ ਜਿਹੜੇ ਐਲੀਮੈਂਟਸ ਨੇ ਉਹ ਇਸ ਪ੍ਰੋਟੈਸਟ ਦਾ ਫਾਇਦਾ ਚੁੱਕਣਾ ਚਾਹਣ, ਬਟ ਇਹਦੇ ਨਾਲ ਇਹ ਨਹੀਂ ਹੈ ਕਿ ਸਾਰਾ ਪ੍ਰੋਟੈਸਟ ਹੀ ਗਲਤ ਹੈ। ਪ੍ਰੋਟੈਸਟ ਜਿਹੜਾ ਹੈ ਫਾਰਮਰਸ ਵੱਲੋਂ ਕੀਤਾ ਜਾ ਰਿਹਾ ਹੈ, ਉਹਨਾਂ ਦੀਆਂ ਜੈਨੂਇਨ ਡਿਮਾਂਡਸ ਨੇ ਜਿਹਦੇ ਉੱਪਰ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਸੋ ਇਹਨੂੰ ਹਵਾਲਾ ਮਨੀ ਕਹਿ ਕੇ ਜਾਂ ਪਾਕਿਸਤਾਨੀ ਫੰਡਡ ਕਹਿ ਕੇ ਇਹਨੂੰ ਡੀਫੇਮ ਨਹੀਂ ਕਰਨਾ ਚਾਹੀਦਾ। ਕੁਝ ਦਿਨ ਪਹਿਲਾਂ ਨਰਿੰਦਰ ਸਿੰਘ ਤੋਮਰ ਵੱਲੋਂ ਇੱਕ ਪਬਲਿਕ ਲੈਟਰ ਭੇਜੀ ਗਈ ਫਾਰਮਰਸ ਨੂੰ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਗਵਰਨਮੈਂਟ ਜਿਹੜੀ ਹੈ ਉਹ ਫਾਰਮਰਸ ਦੇ ਵੈਲਫੇਅਰ ਵਾਸਤੇ ਕੰਮ ਕਰ ਰਹੀ ਹੈ, ਇਹ ਕਾਨੂੰਨ ਬਹੁਤ ਵਧੀਆ ਨੇ, ਇਹਨਾਂ ਨੂੰ ਤੁਸੀਂ ਐਕਸੈਪਟ ਕਰੋ ਤੇ ਧਰਨਾ ਆਪਣਾ ਖਤਮ ਕਰਕੇ ਘਰ ਜਾਓ। ਇਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ 1962 ਦੇ ਵਿੱਚ ਜਿਹੜੀ ਲੜਾਈ ਲੱਗੀ ਸੀ ਚਾਈਨਾ ਦੇ ਨਾਲ, ਉਸ ਤੋਂ ਪਹਿਲਾਂ ਵੀ ਇਦਾਂ ਦੇ ਐਲੀਮੈਂਟ ਸੀ। ਸੋ ਆਪੋਜੀਸ਼ਨ ਤੇ ਉਹਨਾਂ ਨੇ ਕਿਹਾ ਕਿ ਆਪੋਜੀਸ਼ਨ ਜਿਹੜੀ ਆ ਉਹ ਫੇਰ 1962 ਵਾਲਾ ਮਾਹੌਲ ਬਣਾ ਰਹੀ ਹੈ। ਸੋ ਕਿਸਾਨਾਂ ਨੂੰ ਜਿਹੜਾ ਆ ਉਹਨਾਂ ਨੇ ਮਿਸਲੀਡ ਕੀਤਾ ਹੈ, ਮਿਸਗਾਈਡ ਕੀਤਾ ਹੈ ਤਾਂ ਕਿ ਉਹ ਧਰਨੇ ਤੇ ਆ ਕੇ ਬਹਿਣ। ਜਦਕਿ ਗਵਰਨਮੈਂਟ ਦੀਆਂ ਕਿਸਾਨ ਯੂਨੀਅਨਸ ਦੇ ਨਾਲ 6 ਮੀਟਿੰਗਸ ਹੋ ਚੁੱਕੀਆਂ ਨੇ ਹੁਣ ਤੱਕ, ਕਿਸਾਨਾਂ ਨੂੰ ਕਨਵਿੰਸ ਨਹੀਂ ਕਰ ਪਏ, ਜਦਕਿ ਗਵਰਨਮੈਂਟ ਖੁਦ ਕਨਵਿੰਸ ਹੋ ਚੁੱਕੀ ਹੈ ਕਿ ਫਾਰਮ ਬਿਲਸ ਨੂੰ ਅਸੀਂ ਅਮੈਂਡ ਕਰਨ ਲਈ ਰੈਡੀ ਹਾਂ। ਸੋ ਇਹ ਤੋਂ ਪਤਾ ਲੱਗਦਾ ਹੈ ਕਿ ਫਾਰਮ ਬਿਲ ਕਿੰਨੇ ਸਹੀ ਨੇ ਕਿੰਨੇ ਗਲਤ ਨੇ। बहुत सारे लोग वैसे भी पॉपुलैरिटी लैण वास्ते बहुत सारिया गलत खबरां फैला रहे ने। एक पर्सन की वीडियो वायरल हुई सी पिछे जे, वो ये कह रहे सी कि गवर्नमेंट ने तैयारी कर ली है, रात बराते किसी दिन फार्मर्स के प्रोटेस्ट नूं जिहड़ा उठा दिता जाएगा ते बहुत सारे लोग इहदे विच मरनगे। सो ये किसानां नूं एक डराउण वाली गल कीती जा रही है कि किसान शायद डर के इस धरने तो उठ जाणगे, बट जिथों तक ये प्रोटेस्ट हुण पहुंच चुका है, इहो जिहियां गलत खबरां दे नाल किसान जिहड़े वो डरन वाले नहीं है। सो ਜਿਹੜੇ ਵੀ ਇਹ ਸੀਨੀਅਰ ਬੰਦੇ ਕਹਿ ਰਹੇ ਨੇ ਕਿ ਅਸੀਂ ਸੀਨੀਅਰ ਹੈ, ਉਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਇਹੋ ਜਿਹੀ ਗੱਲ ਕਰਨ ਲੱਗਿਆ।
गवर्नमेंट वालों ये न्यूज़ भी दित्तियां जा रही ने कि बहुत सारिया फार्म यूनियंस ने उन्होंने अगे आके कहा कि असीं फार्म बिल्स नूं सपोर्ट कर रहे हैं, इन्हों खत्म नहीं किया जाना चाहिए। सो एक न्यूज़ दे विच दस्सिया जा रहा है कि 10 किसान यूनियंस ने जिहड़ियां 6 स्टेट्स तो वो कह रही ने कि कानून बहुत वधिया ने, सानूं बहुत फायदा होया इन्हां कानूनां दे नाल। सो इदां दीयां खेडां भी खेडियां जा रही ने कि जिहड़े किसान ने वो सपोर्ट कर रहे हैं, जिहड़े धरने ते बैठे ने वो किसान ही नहीं है, वो विचोलिए मिडल मैन है जिहड़े कि प्रोटेस्ट कर रहे हैं। साडे प्राइम मिनिस्टर वालों हर स्पीच दे विच यही कहा जा रहा है कि कानून बहुत वधिया ने, मैं रिफॉर्म किया है, मैं जिहड़ी गल कर दिंदा है मैं पिछे नहीं हटदा। सो इन्हां नूं कदी भी खत्म नहीं किया जाएगा। सो प्राइम मिनिस्टर वालों यह भी कहा गया है कि 20 तो 30 साल की डिस्कशन के बाद ये कानून आए ने। सो इन्ने वधिया कानून ने, इन्हां नूं एक्सेप्ट करना चाहिए किसानों वालों। सो ये सोचने वाली गल यह भी है कि 20-30 साल जो डिस्कशन होंदी रही इन्हां दी, सो किसान जिहड़ियां यूनियंस ने उन्हां दे नाल डिस्कशन क्यों नहीं की गई। सो किहड़े बंदे ने जिहड़े बंद कमरे दे विच बैठ के एसी रूम दे विच बैठ के इहदी डिस्कशन करते रहे ने। सो अगेन एक बारी फिर प्राइम मिनिस्टर जिहड़े ने दिसंबर 27 नूं फिर मन की बात करनगे। सो ये दूजी बारी मन की बात की जा रही है प्राइम मिनिस्टर वालों, बट एक बारी भी जिहड़ा है किसानों के नाल गल नहीं की गई प्राइम मिनिस्टर वालों। सो जिन्नी भी मीडिया कवरेज की जा रही है इन्हां बिल्स नूं लैके वो लोगों के मन दे विच, लोगों के दिमाग दे विच यही बिठाउण दी गल की जा रही है कि इन्हां बिल्स दे नाल फार्मर्स की इनकम डबल हो जाएगी। जिहड़े फार्मर्स धरने ते बैठे ने उन्हां नूं मिसलीड किया गया, मिसगाइड किया गया अपोजिशन वालों, या वो खालिस्तानी ने जिहड़े बैठे ने धरना ला रहे ने, ते नाल ही डराया भी जा रहा है कि आर्मी डिप्लॉय करके इन्हां नूं उठा दिता जाएगा। बहुत सारे लोगों की जिहड़ी है वो जान भी जा सकती है। सो नाल ही हवाला मनी या पाकिस्तानी फंडेड कह के भी इन्हू प्रोटेस्ट नूं डिफेम किया जा रहा है। सो कला मेन स्ट्रीम मीडिया ही नहीं, बहुत सारे सोशल मीडिया प्लेटफॉर्म भी इदां दे ने जिवें ट्विटर है, फेसबुक है, जिहड़े पार्शली चल रहे हैं ते किसानों के प्रोटेस्ट नूं खालिस्तान दे नाल जोड़ के दिखा रहे हैं। सो इन्हां सब दे बावजूद जिहड़े किसान ने प्रोटेस्ट कर रहे हैं वो समझते हैं कि किहड़ा मीडिया है जिहड़ा साडे फेवर च खबर दिंदा है, किहड़ा मीडिया है जिहड़ा सानूं डिफेम करने की कोशिश करता है। सो जदों भी कोई इहो जिहा मीडिया फार्म प्रोटेस्ट की जिहड़ी कवरेज करन जांदा है तो उस तरह इहनूं वापस भेज दिता जांदा है। फार्म प्रोटेस्ट दे विच इहो जिहे सानूं बोर्ड भी देखण नूं मिलदे ने, लोगों ने अपने ट्रैक्टरां ते लिख के लाया है कि किहड़ा मीडिया है जिहड़ा है वो दूर दी होके लंघे। सो इहो जिहे सानूं पोस्टर भी मिलदे ने जिहड़े बाइकाट कर रहे ने नेशनल मीडिया दा। सो ये पोस्ट तां सी जिहड़े फार्मर्स वालों फार्म प्रोटेस्ट दे विच दिखाए गए ने मीडिया नूं। सो सानूं भी जिहड़ा है किसी भी चैनल ते देख के किसी भी न्यूज़ ते फेथ नहीं करना चाहिए, 2-4 जगह ते उहनूं वेरीफाई कर लेना चाहिए आ। ते जिहड़े भी चैनल गलत न्यूज़ दिखाउंदे ने सानूं चेंज करना चाहिए है ताकि उन्हां दी टीआरपी घटे। टीआरपी घटेगी तां ही वो सच दी न्यूज़ दिखाउणगे, तां ही लोकां दे सामने जिहड़ी सच्ची न्यूज़ है वो सामने आएगी। तो होप है इन्फॉर्मेशन तुहानूं चंगी लगी है तो वीडियो नूं लाइक जरूर करो, कमेंट करके जरूर दसो। थैंक यू वेरी मच।